Hello everyone and welcome to Art Brings Peace. ਸਲਵਾਰ ਸਟਿਚ ਕਰਨ ਲਈ ਸਭ ਤੋਂ ਪਹਿਲਾਂ ਅਸੀਂ ਇੱਕ ਪੌਂਚੇ ਦੇ ਨਾਲ ਦੋ ਕੁੰਦੇ ਅਟੈਚ ਕਰ ਲਵਾਂਗੇ ਵਿਦ देयर ਰਾਈਟ ਸਾਈਡਸ ਫੇਸਿੰਗ। ਸਿਮਿਲਰਲੀ ਦੂਸਰੇ ਪੌਂਚੇ ਦੇ ਨਾਲ ਵੀ ਅਸੀਂ ਦੂਸਰੇ ਦੋਨੋਂ ਕੁੰਦਿਆਂ ਨੂੰ ਵੀ ਰਾਈਟ ਸਾਈਡਸ ਫੇਸ ਕਰਕੇ ਇਸ ਤਰੀਕੇ ਨਾਲ ਅਟੈਚ ਕਰ ਲੈਂਦੇ ਹਾਂ। ਇਹਨਾਂ ਪੱਲਿਆਂ ਨੂੰ ਅਟੈਚ ਕਰਦੇ ਟਾਈਮ ਮੈਂ ਅੱਧੇ ਇੰਚ ਦਾ ਸੀਮ ਮਾਰਜਨ ਰੱਖ ਕੇ ਸਟਿਚ ਕਰ ਰਹੀ ਹਾਂ। ਉਹ ਇਸ ਲਈ ਕਿਉਂਕਿ ਕਟਿੰਗ ਵੇਲੇ ਵੀ ਅਸੀਂ ਅੱਧੇ ਇੰਚ ਦਾ ਹੀ ਸੀਮ ਅਲਾਊਂਸ ਰੱਖਿਆ ਸੀ। ਐਕਚੁਅਲੀ ਜਿਹੜੀ ਕੰਨੀ ਹੁੰਦੀ ਆ ਨਾ ਕੱਪੜੇ ਦੀ ਉਹ ਨੀਅਰਲੀ ਹਾਫ ਐਨ ਇੰਚ ਦੀ ਹੀ ਉਹਦੀ ਵਿਡਥ ਹੁੰਦੀ ਆ। ਇਸ ਲਈ ਅਸੀਂ ਉਹ ਕੰਨੀ ਨੂੰ ਨਾ ਤਾਂ ਅਸੀਂ ਕੱਪੜੇ ਨਾਲੋਂ ਕੱਟ ਕੇ ਅਲੱਗ ਕਰਦੇ ਹਾਂ ਅਤੇ ਉਹ ਚੌੜਾਈ ਅਸੀਂ ਕੱਪੜੇ ਦੇ ਵਿੱਚ ਯੂਜ਼ ਵੀ ਕਰ ਲੈਂਦੇ ਹਾਂ ਅਤੇ ਸੀਣ ਮਾਰਦੇ ਹੋਏ ਇਸ ਗੱਲ ਦਾ ਧਿਆਨ ਰੱਖਦੇ ਹਾਂ ਕਿ ਜਿਹੜੀ ਸਟਿਚ ਆ ਉਹ ਸਾਡੀ ਕੰਨੀ ਤੋਂ ਕੱਪੜੇ ਵੱਲ ਨੂੰ ਹੀ ਰਵੇ ਤਾਂ ਕਿ ਸਲਵਾਰ ਵਿੱਚ ਉਹ ਕੰਨੀ ਦਾ ਜਿਹੜਾ ਕੱਪੜਾ ਹੁੰਦਾ ਉਹ ਨਜ਼ਰ ਨਾ ਆਵੇ। ਓਕੇ, ਸੋ ਨਾਓ ਵੀ ਆਰ ਡਨ ਅਟੈਚਿੰਗ ਕੁੰਦਾ ਪੈਨਲਸ ਟੂ ਦੀ ਪੌਂਚਾ ਪੈਨਲਸ। ਹੁਣ ਕੁਇਕਲੀ ਇਹਨੂੰ ਇੱਕ ਵਾਰੀ ਆਇਰਨ ਕਰ ਲੈਂਦੇ ਹਾਂ। ਮੈਂ ਸੀਮ ਅਲਾਊਂਸਿਸ ਨੂੰ ਕੁੰਦੇ ਵਾਲੀ ਸਾਈਡ ਨੂੰ ਰੱਖ ਕੇ ਆਇਰਨ ਕਰ ਰਹੀ ਹਾਂ। ਆਈ ਵੁੱਡ ਰਿਕਮੈਂਡ ਕਿ ਤੁਸੀਂ ਵੀ ਜ਼ਰੂਰ ਇੱਦਾਂ ਇੱਕ ਵਾਰੀ ਆਇਰਨ ਕਰ ਲਓ ਵਿੱਚੋਂ, ਇਹਦੇ ਨਾਲ ਫਿਨਿਸ਼ਿੰਗ ਕਾਫੀ ਨੀਟ ਆ ਜਾਂਦੀ ਹੈ। ਅਤੇ ਹੁਣ ਆਇਨਿੰਗ ਫਿਨਿਸ਼ ਕਰਨ ਦੇ ਬਾਅਦ ਇੱਕ ਸਾਈਡ ਦੇ ਪੱਲੇ ਨੂੰ ਦੂਸਰੀ ਸਾਈਡ ਦੇ ਪੱਲੇ ਦੇ ਉੱਪਰ ਰੱਖ ਕੇ ਆਸਨ ਦੀਆਂ ਸੀਨਾਂ ਲਗਾ ਲੈਂਦੇ ਹਾਂ। ਇਸ ਤੋਂ ਬਾਅਦ ਹੁਣ ਬੈਲਟ ਰੈਡੀ ਕਰਦੇ ਹਾਂ ਅਤੇ ਬੈਲਟ ਲਈ ਸਾਡੇ ਕੋਲ ਦੋ ਪੀਸਿਸ ਨੇ। ਦੋਨਾਂ ਪੀਸਿਸ ਦੀਆਂ ਰਾਈਟ ਸਾਈਡਸ ਇੱਕ ਦੂਸਰੇ ਦੇ ਉੱਪਰ ਰੱਖੋ ਅਤੇ ਇੱਕ ਸਾਈਡ ਤੋਂ ਪੂਰਾ ਅਟੈਚ ਕਰ ਲਓ, ਮਤਲਬ 7 ਇੰਚ ਦੀ ਪੂਰੀ ਸੀਨ ਲਗਾ ਲਓ ਇਸ ਤਰ੍ਹਾਂ। ਅਤੇ ਹੁਣ ਇਸ ਫਸਟ ਸੀਮ ਤੋਂ ਬਾਅਦ ਸਾਡੇ ਕੋਲ ਬੈਲਟ ਦੇ ਜਿਹੜੇ ਦੋ ਪੀਸਿਸ ਸੀ ਉਹ ਹੁਣ ਜੁੜ ਕੇ ਇੱਕ ਪੀਸ ਬਣ ਚੁੱਕੇ ਨੇ। ਇਸ ਤੋਂ ਬਾਅਦ ਹੁਣ ਜਿਹੜਾ ਓਪਨ ਐਂਡ ਆ ਉਹਨੂੰ ਇਸ ਤਰ੍ਹਾਂ ਫੋਲਡ ਕਰਕੇ ਦੋਨਾਂ ਨੂੰ ਆਪਸ ਦੇ ਵਿੱਚ ਰਾਈਟ ਸਾਈਡਸ ਫੇਸ ਕਰਕੇ ਨੀਚਿਓਂ 5.5 ਇੰਚਸ ਛੱਡ ਕੇ ਇੱਕ ਨਿਸ਼ਾਨ ਲਗਾ ਲਓ ਇੱਦਾਂ। ਹੁਣ ਜਿਹੜੇ 5.5 ਇੰਚ ਆ ਉਹਨਾਂ ਨੂੰ ਤਾਂ ਸਟਿਚ ਕਰ ਲਓ, 1.5 ਇੰਚ ਨੂੰ ਸਟਿਚ ਨਹੀਂ ਕਰਨਾ। ਬਸ ਸਟਿਚ ਓਨਲੀ ਟਿਲ ਦੀ ਮਾਰਕ ਐਂਡ ਨਾਓ ਬੈਲਟ ਇਜ਼ ਰੈਡੀ। ਇਹਨੂੰ ਥੋੜ੍ਹਾ ਜਿਹਾ ਆਇਰਨ ਕਰ ਲਓ। ਸੋ ਇਹ ਸੈਂਟਰ ਫਰੰਟ ਹੈ ਅਤੇ ਸੈਂਟਰ ਬੈਕ ਦੇ ਟੌਪ ਐਂਡ ਬੋਟਮ ਦੋਨਾਂ 'ਤੇ ਛੋਟੇ ਛੋਟੇ ਨੋਚਸ ਲਗਾ ਲਓ ਜਸਟ ਇਨ ਆਰਡਰ ਟੂ ਮਾਰਕ ਦੀ ਸੈਂਟਰ ਬੈਕ। ਦੈਨ ਆਫਟਰ ਦਿਸ ਜਿਹੜੀ ਸੈਂਟਰ ਫਰੰਟ ਸੀਮ ਆ ਜਿਹੜੀ 5.5 ਇੰਚ ਸਟਿਚ ਕੀਤੀ ਸੀ ਉਹਨੂੰ ਸਪਲਿਟ ਆਇਰਨ ਕਰ ਲਓ। ਇਸ ਤੋਂ ਬਾਅਦ ਬੈਲਟ ਦੇ ਟੌਪ 'ਤੇ ਫੋਲਡ ਕਰਨ ਲਈ ਪਹਿਲਾਂ 1/2 ਇੰਚ ਦਾ ਮਾਰਕ ਔਰ ਫਿਰ 1 ਇੰਚ ਦਾ ਮਾਰਕ ਆਲ ਅਰਾਊਂਡ ਦੀ ਬੈਲਟ ਲਗਾ ਲਓ। ਇਹਦੇ ਨਾਲ ਸਾਨੂੰ ਟੌਪ 'ਤੇ ਫੋਲਡ ਕਰਨਾ ਬਹੁਤ ਈਜ਼ੀ ਹੋ ਜਾਏਗਾ ਲਾਈਕ ਦਿਸ। ਐਂਡ ਫਿਰ ਅਸੀਂ ਇਹਨੂੰ ਪਹਿਲਾਂ ਆਇਰਨ ਕਰਕੇ ਫਿਰ ਸਟਿਚ ਕਰਾਂਗੇ। ਨੀਚੇ ਮੈਂ 1/2 ਇੰਚ ਦਾ ਮਾਰਕ ਲਗਾ ਲਿਆ ਵਿੱਚ 5 ਇੰਚਸ ਦੀ ਬੈਲਟ ਰੈਡੀ ਐਂਡ ਟੌਪ 'ਤੇ ਵੀ ਜਿੱਥੇ 1.5 ਇੰਚ ਫੋਲਡ ਕਰਨਾ ਉਹਨੂੰ ਮੈਂ ਆਇਰਨ ਕਰਕੇ ਉਹ ਜਿਹੜੇ ਨਿਸ਼ਾਨ ਆ ਉਹ ਪਕਾ ਲਏ। ਹੁਣ ਸਭ ਤੋਂ ਪਹਿਲਾਂ ਇੱਦਾਂ ਟਰਾਇਐਂਗੂਲਰ ਫੋਲਡ ਦੋਨੋਂ ਸਾਈਡਸ 'ਤੇ ਬਣਾਓ ਅਤੇ ਫਿਰ ਉਸ ਤੋਂ ਬਾਅਦ ਇਹਨੂੰ ਅਸੀਂ ਇੱਥੋਂ ਇੱਕ ਐਂਡ ਤੋਂ ਸਟਿਚ ਕਰਨਾ ਸ਼ੁਰੂ ਕਰਦੇ ਹਾਂ ਲਾਈਕ ਦਿਸ। ਇੰਨਾ ਕੰਪਲੀਟ ਹੋਣ ਦੇ ਬਾਅਦ ਮੈਂ ਇੱਥੇ ਸੈਂਟਰ ਦੇ ਵਿੱਚ ਵੀ 1 ਇੰਚ ਦਾ ਨਿਸ਼ਾਨ ਲਗਾ ਲਵਾਂਗੀ ਅਤੇ ਉਸ ਤੋਂ ਬਾਅਦ ਇਹਨੂੰ ਮੈਂ ਆਲ ਅਰਾਊਂਡ ਦੀ ਬੈਲਟ ਇੱਕ ਸੀਨ ਦੇਣੀ ਆ। ਤੁਸੀਂ ਚਾਹੋ ਤਾਂ ਇੱਥੇ ਪਿੰਸ ਲਗਾ ਸਕਦੇ ਹੋ ਜਾਂ ਕੱਚਾ ਟਾਂਕਾ ਕਰ ਸਕਦੇ ਹੋ, ਜਿਵੇਂ ਵੀ ਤੁਹਾਨੂੰ ਈਜ਼ੀ ਲੱਗੇ। ਹੁਣ ਜਦੋਂ ਇਸ ਸੀਮ ਦੇ ਤੁਸੀਂ ਐਂਡ ਵਿੱਚ ਪਹੁੰਚ ਜਾਓਗੇ ਤਾਂ ਉੱਥੇ ਜਾ ਕੇ ਸੀਮ ਨੂੰ ਰੀਐਨਫੋਰਸ ਜ਼ਰੂਰ ਕਰੋ, ਚਾਹੇ ਤਾਂ ਥੋੜ੍ਹਾ ਜਿਹਾ ਰਿਵਰਸ ਸਟਿਚ ਲਗਾ ਲਓ ਅਤੇ ਜਾਂ ਫਿਰ ਜਿੱਥੋਂ ਸਟਾਰਟ ਕੀਤਾ ਸੀ ਉਹ ਸੀਮ ਦੇ ਉੱਪਰ ਓਵਰਲੈਪ ਕਰ ਦਿਓ। ਇਸ ਦੇ ਬਾਅਦ ਹੁਣ ਬੈਲਟ ਦੇ ਫੋਲਡ ਨੂੰ ਸੈਂਟਰ ਫਰੰਟ ਟੌਪ ਤੋਂ ਵੀ ਰੀਇਨਫੋਰਸ ਕਰ ਲੈਂਦੇ ਹਾਂ। ਇੱਕ ਸਾਈਡ ਤੋਂ ਸੀਨ ਇੱਦਾਂ ਸਟਾਰਟ ਕਰੋ ਅਤੇ ਦੂਸਰੇ ਐਂਡ ਤੱਕ ਟੋਟਲ 3 ਇੰਚ ਦੀ ਇੱਕ ਸੀਨ ਲਗਾ ਲਓ ਅਤੇ ਫਿਰ ਇਸੇ ਸੀਨ ਦੇ ਉੱਪਰ ਇੱਕ ਰਿਵਰਸ ਸੀਮ ਲਗਾ ਲਓ। ਸੋ ਵਿਦ ਦਿਸ ਲਾਸਟ ਸੀਮ ਆਵਰ ਬੈਲਟ ਇਜ਼ ਕੰਪਲੀਟ। ਇਹ ਬੈਲਟ ਦਾ ਸੈਂਟਰ ਫਰੰਟ ਹੈ ਔਰ ਇਹ ਬੈਲਟ ਦਾ ਸੈਂਟਰ ਬੈਕ। ਹੁਣ ਦੇਖਦੇ ਹਾਂ ਕਿ ਇਹਦੇ ਵਿੱਚ ਪਲੀਟਸ ਕਿੱਥੋਂ ਲੈ ਕੇ ਕਿੱਥੇ ਤੱਕ ਪੈਣਗੀਆਂ। ਤੁਹਾਡੀ ਬੈਲਟ ਦਾ ਜਿਹੜਾ ਸਾਈਡ ਤੋਂ ਤੁਸੀਂ 1 ਇੰਚ ਅੰਦਰ 1 ਜਾਂ 1.5 ਇੰਚ ਅੰਦਰ ਆ ਕੇ ਇੱਕ ਮਾਰਕ ਲਗਾ ਲਓ। ਸੇਮ ਦੂਸਰੀ ਸਾਈਡ 'ਤੇ ਵੀ ਇਸੇ ਤਰ੍ਹਾਂ 1 ਜਾਂ 1.5 ਇੰਚ ਅੰਦਰ ਆ ਕੇ ਇੱਕ ਨਿਸ਼ਾਨ ਲਗਾ ਲਓ। ਹੁਣ ਚੋਣਾਂ ਇਹਦੇ ਅੰਦਰ ਅੰਦਰ ਹੀ ਪੈਣੀਆਂ ਅਤੇ ਸੈਂਟਰ ਵਿੱਚ ਵੀ ਬਿਲਕੁਲ ਸੈਂਟਰ ਵਿੱਚ ਕੋਈ ਪਲੀਟਸ ਨਹੀਂ ਪਾਈਆਂ ਜਾਂਦੀਆਂ। ਸੋ ਉੱਥੇ ਵੀ ਮੈਂ 1 ਇੰਚ ਦਾ ਨਿਸ਼ਾਨ ਲਗਾ ਰਹੀ ਹਾਂ, ਤੁਸੀਂ 1.5 ਇੰਚ ਦਾ ਵੀ ਨਿਸ਼ਾਨ ਲਗਾ ਸਕਦੇ ਹੋ।
ਤੇ ਹੁਣ ਜਿਹੜੀਆਂ ਪਲੀਟਸ ਪੈਣੀਆਂ ਨੇ ਸੈਂਟਰ ਵਿੱਚ ਬਿਲਕੁਲ ਇੱਕ ਸਟ੍ਰੇਟ ਸੀਮ ਆਏਗੀ, ਕੋਈ ਪਲੀਟਸ ਨਹੀਂ ਆਉਣਗੀਆਂ। ਤੇ ਇੱਥੋਂ ਲੈ ਕੇ ਇੱਥੇ ਤੱਕ 9.5 ਇੰਚਸ, ਦੂਸਰੀ ਸਾਈਡ ਤੇ ਵੀ ਸੇਮ 9.5 ਇੰਚਸ, ਤੇ ਪਲੀਟਸ ਬਸ ਦੋਨੋਂ ਸਾਈਡਸ ਤੇ 9.5 ਇੰਚਸ ਦੇ ਵਿੱਚ ਹੀ ਪੈਣੀਆਂ ਨੇ। ਇਸ ਦੇ ਇਲਾਵਾ 2 ਪਲੀਟਸ ਬੈਕ ਤੇ ਵੀ ਪੈਣਗੀਆਂ, ਉਹ ਮੈਂ ਤੁਹਾਨੂੰ ਦੱਸਦੀ ਹਾਂ ਕਿਵੇਂ। ਸੋ ਇਹ ਬੈਲਟ ਨੂੰ ਹੁਣ ਮੈਂ ਉਲਟਾ ਕੇ ਰੱਖ ਲਿਆ, ਸੈਂਟਰ ਬੈਕ ਟੌਪ ਤੇ ਨਜ਼ਰ ਆ ਰਿਹਾ, ਔਰ ਸਾਈਡ ਤੇ ਇਹ ਵਾਲਾ ਨਿਸ਼ਾਨ ਨੌਚ ਤੋਂ 1 ਇੰਚ ਅੰਦਰ ਜਿਹੜਾ ਫਰੰਟ ਵਾਲੀ ਸਾਈਡ ਤੇ ਨਿਸ਼ਾਨ ਲਗਾਇਆ ਸੀ ਉਹੀ ਨਿਸ਼ਾਨ ਆ। ਤੇ ਹੁਣ ਸੈਂਟਰ ਬੈਕ ਤੋਂ ਲੈ ਕੇ ਇਸ ਨਿਸ਼ਾਨ ਤੱਕ ਇਟ ਇਜ਼ ਕਮਿੰਗ ਆਊਟ ਟੂ ਬੀ 12.5 ਇੰਚਸ। ਤੇ ਜਿਹੜੀ ਬੈਕ ਦੇ ਉੱਪਰ ਪਲੀਟ ਪੈਣੀ ਆ ਉਹ ਇਹਦੇ ਤੋਂ ਅਸੀਂ 3 ਇੰਚ ਐਕਸਟਰਾ ਕਾਊਂਟ ਕਰਨੇ ਆ, ਮਤਲਬ 13.5, 14.5, 15.5, ਮਤਲਬ 15.5 ਇੰਚ ਕੱਪੜਾ ਸੀ ਜਿਹੜਾ ਸਲਵਾਰ ਦਾ ਆ ਉਹ ਇੱਥੇ ਸਟਿਚ ਕਰਨਾ ਆ ਬੈਕ ਤੇ। 3 ਇੰਚ ਜਿਹੜੇ ਆ ਉਹ ਪਲੀਟ ਵਿੱਚ ਆਣਗੇ। ਤੇ ਹੁਣ 15.5 ਇੰਚਸ ਦਾ ਮਾਰਕ ਸਲਵਾਰ ਦੇ ਉੱਪਰ ਲਗਾ ਲਓ, ਸੈਂਟਰ ਬੈਕ ਤੋਂ ਲੈ ਕੇ 15.5 ਇੰਚਸ ਦਾ ਮਾਰਕ, ਔਰ ਸੈਂਟਰ ਬੈਕ ਤੋਂ ਲੈ ਕੇ ਇੱਕ ਮਾਰਕ 3 ਇੰਚਸ ਦਾ ਤੇ ਇੱਕ ਮਾਰਕ 1.5 ਇੰਚਸ ਦਾ। ਜਿਹੜੀ ਪਲੀਟ ਦੀ ਡੈਪਥ ਆ ਉਹ 1.5 ਇੰਚਸ ਆ। ਓਕੇ, ਸੋ ਹੁਣ ਬੈਲਟ ਦੇ ਉੱਪਰ ਜਿੰਨਾ ਪਾਰਟ ਸੈਂਟਰ ਬੈਕ ਤੋਂ ਲੈ ਕੇ ਅਸੀਂ ਸਟਿਚ ਕਰਨਾ ਆ ਉਹਦੀ ਲੈਂਥ ਹੈਗੀ ਆ 12.5 ਇੰਚਸ, ਬਟ ਸਲਵਾਰ ਦੇ ਉੱਪਰ ਜਿੰਨਾ ਪਾਰਟ ਅਸੀਂ ਮਾਰਕ ਲਗਾਇਆ ਸੀ ਉਹ ਫਿਲਹਾਲ 15.5 ਇੰਚਸ ਆ। ਲੇਕਿਨ ਜਦੋਂ ਅਸੀਂ ਇੱਥੇ ਪਲੀਟ ਪਾ ਦੇਣੀ ਇੱਦਾਂ ਫੈਬਰਿਕ ਨੂੰ ਚੱਕ ਕੇ, ਜਿਹੜੀ ਰਾਈਟ ਸਾਈਡ ਆ ਉੱਧਰ ਨਾਈਫ ਪਲੀਟ ਦਿਖਣੀ ਚਾਹੀਦੀ ਆ, ਔਰ ਰੋਂਗ ਸਾਈਡ ਤੇ ਬਲੌਕ ਪਲੀਟ। ਉਹਦੇ ਲਈ ਤੁਸੀਂ ਜਿਹੜਾ 3 ਇੰਚਸ ਵਾਲਾ ਮਾਰਕ ਆ ਉਹਨੂੰ ਰਾਈਟ ਸਾਈਡ ਵੱਲ ਨੂੰ ਸੈਂਟਰ ਵਾਲੇ ਪਾਰਟ ਨਾਲ ਮੈਚ ਕਰ ਦੇਣਾ, ਤੇ ਫਿਰ ਉਹ ਰਾਈਟ ਸਾਈਡ ਤੇ ਨਾਈਫ ਪਲੀਟ ਬਣ ਜਾਣੀ ਆ ਐਂਡ ਰੋਂਗ ਸਾਈਡ ਤੇ ਬਲੌਕ ਪਲੀਟ। ਉਸ ਦੇ ਬਾਅਦ ਤੁਸੀਂ ਜਦੋਂ ਬੈਲਟ ਨੂੰ ਚੱਕ ਕੇ ਇਸ ਸਲਵਾਰ ਦੇ ਫੈਬਰਿਕ ਦੇ ਨਾਲ ਮੈਚ ਕਰਕੇ ਦੇਖਣਾ, ਤੇ ਇਹ ਦੋਨੋਂ ਜਿਹੜੇ ਨਿਸ਼ਾਨ ਆ 12.5 ਇੰਚਸ ਵਾਲੇ ਉਹਨਾਂ ਨੇ ਮੈਚ ਕਰ ਜਾਣਾ। ਤੇ ਬਸ ਹੁਣ ਇਸ ਪਲੀਟ ਦੇ ਬਾਅਦ ਦੇਖੋ ਦੋਨੋਂ 12.5 ਇੰਚ ਹੋ ਗਏ ਇਕੁਅਲ। ਹੁਣ ਇਹੋ ਸੇਮ ਪ੍ਰੋਸੈਸ ਅਸੀਂ ਸਲਵਾਰ ਦੀ ਦੂਸਰੀ ਸਾਈਡ ਤੇ ਵੀ ਰਿਪੀਟ ਕਰਾਂਗੇ। ਸਭ ਤੋਂ ਪਹਿਲਾਂ 15 ਇੰਚ ਦਾ ਨਿਸ਼ਾਨ ਲਗਾ ਲਓ, ਫਿਰ 3 ਦਾ, ਫਿਰ 1.5 ਦਾ, ਤੇ ਉਸ ਤੋਂ ਬਾਅਦ ਸਲਵਾਰ ਦਾ ਜਿਹੜਾ 3 ਇੰਚ ਵਾਲਾ ਨਿਸ਼ਾਨ ਆ ਉਹਨੂੰ ਤੁਸੀਂ ਸਲਵਾਰ ਦੀ ਰਾਈਟ ਸਾਈਡ ਦੇ ਸੈਂਟਰ ਬੈਕ ਨਾਲ ਮੈਚ ਕਰ ਦਿਓ, ਤੇ ਫਿਰ ਰਾਈਟ ਸਾਈਡ ਤੇ ਨਾਈਫ ਪਲੀਟ ਬਣ ਜਾਏਗੀ ਔਰ ਰੋਂਗ ਸਾਈਡ ਤੇ ਬਲੌਕ ਪਲੀਟ। ਬਸ ਇਸ ਤਰੀਕੇ ਨਾਲ। ਹੁਣ ਇਹ ਬੈਕ ਸਾਈਡ ਤੇ ਬਸ ਇਹੀ 2 ਪਲੀਟਸ ਪੈਣੀਆਂ ਸੀ। ਹੁਣ ਇਹਨਾਂ ਪਲੀਟਸ ਨੂੰ ਅਸੀਂ ਪਹਿਲਾਂ ਸਟਿਚ ਕਰਕੇ ਜੋੜ ਲਵਾਂਗੇ ਤੇ ਫਿਰ ਅਸੀਂ ਇਹਨੂੰ ਬੈਲਟ ਦੇ ਨਾਲ ਅਟੈਚ ਕਰਾਂਗੇ। ਸੋ ਨਾਓ ਲੈਟਸ ਸਟਿਚ ਦੀ ਪਲੀਟਸ। ਹੁਣ ਇਹ ਪਲੀਟਸ ਨੂੰ ਸਟਿਚ ਕਰਦੇ ਟਾਈਮ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇੱਕ ਤਾਂ ਮਾਰਜਿਨ 0.5 ਇੰਚ ਦਾ ਰੱਖਿਆ ਸੀ ਅਸੀਂ, ਤਾਂ 1/2 ਇੰਚ ਦਾ ਮਾਰਜਿਨ ਆਲ ਥਰੂ ਦਾ ਸੀਮ ਮੇਨਟੇਨ ਰਵੇ। ਉਸ ਦੇ ਇਲਾਵਾ ਜਦੋਂ ਅਸੀਂ ਪਲੀਟ ਨੂੰ ਸਟਿਚ ਕਰਦੇ ਹਾਂ ਤੇ ਸਾਡੀਆਂ ਕੱਪੜੇ ਦੀਆਂ 4 ਲੇਅਰਸ ਬਣ ਜਾਂਦੀਆਂ। 3 ਲੇਅਰਸ ਹੁੰਦੀਆਂ ਪਲੀਟ ਦੀਆਂ ਔਰ ਇੱਕ ਲੇਅਰ ਹੋ ਗਈ ਨੀਚੇ ਬੈਲਟ ਦੀ, ਸੋ 4 ਲੇਅਰਸ। ਸਾਰੀਆਂ ਲੇਅਰਸ ਇੱਕੋ ਲੈਵਲ ਤੇ ਰਹਿਣ ਔਰ ਸੀਨ ਸਾਰਿਆਂ ਤੇ ਵੱਜੇ। ਕਈ ਵਾਰੀ ਪਲੀਟ ਵਿੱਚੋਂ ਨਿਕਲ ਜਾਂਦੀ ਆ, ਸੋ ਇਸ ਚੀਜ਼ ਦਾ ਧਿਆਨ ਦੇਣਾ। ਬੈਕ ਤੇ ਪਲੀਟਸ ਪਾਉਣ ਤੋਂ ਬਾਅਦ ਹੁਣ ਇਹਨੂੰ ਬੈਲਟ ਦੇ ਨਾਲ ਅਟੈਚ ਕਰ ਲੈਂਦੇ ਆ, ਤੇ ਅਟੈਚ ਅਸੀਂ 12.5 ਇੰਚ ਦਾ ਜਿੱਥੇ ਮਾਰਕ ਲਗਾਇਆ ਸੀ ਉਸ ਪਾਰਟ ਤੱਕ ਕਰਾਂਗੇ, ਉਸ ਪੁਆਇੰਟ ਤੱਕ। ਔਰ ਸਟਿਚ ਕਰਨਾ ਸੈਂਟਰ ਬੈਕ ਤੋਂ ਸ਼ੁਰੂ ਕਰਨਾ ਆ, ਤੇ 2 ਸੀਨਾਂ ਲੱਗਣਗੀਆਂ। ਪਹਿਲਾਂ ਅਸੀਂ ਇੱਕ ਪਾਸੇ ਦੀ ਸੀਨ ਕੰਪਲੀਟ ਕਰਾਂਗੇ, ਫਿਰ ਦੁਬਾਰਾ ਤੋਂ ਸੈਂਟਰ ਤੋਂ ਸਟਾਰਟ ਕਰਕੇ ਦੂਸਰੀ ਸਾਈਡ ਦੀ 12.5 ਇੰਚ ਦੀ ਸੀਨ ਲਗਾਵਾਂਗੇ। ਦੈਟਸ ਇਟ। ਹੁਣ ਸਲਵਾਰ ਦੀ ਬੈਕ ਸਾਈਡ ਬੈਲਟ ਦੇ ਨਾਲ ਅਟੈਚ ਹੋ ਚੁੱਕੀ ਆ, ਤੇ ਇਸ ਤੋਂ ਬਾਅਦ ਹੁਣ ਜਿੰਨਾ ਵੀ ਕੱਪੜਾ ਬਾਕੀ ਬਚਿਆ ਆ ਸਲਵਾਰ ਦਾ ਉਹ ਸਾਰਾ ਦਾ ਸਾਰਾ ਕੱਪੜਾ ਅਸੀਂ ਫਰੰਟ ਤੇ ਪਲੀਟਸ ਵਿੱਚ ਹੀ ਐਡਜਸਟ ਕਰਨਾ ਆ। ਲੈਟਸ ਸੀ ਹਾਊ ਵੀਲ ਡੂ ਦੈਟ। ਸਭ ਤੋਂ ਪਹਿਲਾਂ ਸੈਂਟਰ ਫਰੰਟ ਤੇ ਜਿੱਥੇ ਅਸੀਂ ਮਾਰਕ ਲਗਾਇਆ ਸੀ 1 ਇੰਚ ਅੰਦਰ ਆ ਕੇ, ਜਿੱਥੋਂ ਚੋਣਾਂ ਪੈਣੀਆਂ ਸ਼ੁਰੂ ਹੋਣੀਆਂ, ਉੱਥੋਂ ਕੱਪੜਾ ਚੱਕ ਕੇ ਸਾਈਡ ਤੇ ਜਿੱਥੇ ਤੱਕ ਅਸੀਂ ਬੈਕ ਵਾਲਾ ਕੱਪੜਾ ਅਟੈਚ ਕੀਤਾ ਸੀ ਉਹਦੇ ਨਾਲ ਜੁਆਇਨ ਕਰ ਲਓ, ਤੇ ਇਦਾਂ ਫੋਲਡ ਕਰਕੇ ਕੱਪੜੇ ਨੂੰ ਨਾਪ ਲਓ। ਇੱਥੇ ਇਹ ਆ ਰਿਹਾ ਆ 39 ਇੰਚਸ। ਸੋ ਹੁਣ ਮੇਰੇ ਪਾਸ 39 ਇੰਚਸ ਕੱਪੜਾ ਆ ਔਨ ਫੋਲਡ, ਜਿਹਨੂੰ ਕਿ ਮੈਂ 9.5 ਇੰਚਸ ਦੇ ਵਿੱਚ ਐਡਜਸਟ ਕਰਨਾ ਆ। ਫॉर दैट आई विल डिवाइड 39 by 9.5 ਐਂਡ ਦੀ ਆਂਸਰ ਵਿਲ ਬੀ 4.1। ਸੋ ਮੈਂ ਇੱਕ ਪਲੀਟ ਜਿਹੜੀ ਆ ਉਹ 4.1 ਦੀ ਪਾਉਣੀ ਆ। ਉਹਦੇ ਲਈ ਇੱਥੋਂ ਸੈਂਟਰ ਫਰੰਟ ਤੋਂ 1 ਇੰਚ ਛੱਡ ਕੇ ਮੈਂ 4.1 ਦੇ ਮਾਰਕਸ ਲਗਾ ਲੈਣੇ ਆ ਆਲ ਥਰੂ ਦੀ ਫੈਬਰਿਕ, ਲਾਈਕ ਦਿਸ। ਤੇ ਉਸ ਤੋਂ ਬਾਅਦ ਫਿਰ 1/2 ਇੰਚ ਛੱਡ ਦਿਓ। ਉਸ ਤੋਂ ਬਾਅਦ ਫਿਰ ਤੋਂ 4.1 ਇੰਚਸ ਤੇ ਇੱਕ ਮਾਰਕ ਲਗਾਓ। ਅਗੇਨ ਲੀਵ 1/2 ਇੰਚ
ਇਹ ਜਿਹੜਾ ਅੱਧਾ ਇੰਚ ਆ ਇਹ ਪਲੀਟਸ ਦੇ ਵਿੱਚ ਜਿਹੜਾ ਅਸੀਂ ਗੈਪ ਰੱਖਣਾ ਆ ਉਹਦੇ ਲਈ ਮਾਰਕਿੰਗ ਲਗਾ ਰਹੇ ਆ। ਉਸ ਤੋਂ ਬਾਅਦ ਫਿਰ ਤੋਂ 4.1 ਦਾ ਐਂਡ ਇਦਾਂ ਹੀ ਰਿਪੀਟ ਕਰਦੇ ਰਹੋ ਅੰਟਿਲ ਯੂ ਫਿਨਿਸ਼ ਆਲ ਦੀ ਫੈਬਰਿਕ ਦੈਟ ਯੂ ਹੈਵ। ਓਕੇ ਸੋ ਨਾਓ ਵੀ ਆਰ ਨੀਅਰਲੀ ਡਨ। ਇੱਦਾਂ ਹੀ ਪੂਰੇ ਦੇ ਵਿੱਚ ਅਸੀਂ ਮਾਰਕਸ ਲਗਾ ਲਏ ਨੇ ਅਤੇ ਜਦੋਂ ਅਸੀਂ ਲਾਸਟ ਵਿੱਚ ਪਹੁੰਚਦੇ ਹਾਂ ਉੱਥੇ ਥੋੜ੍ਹਾ ਜਿਹਾ ਫੈਬਰਿਕ ਬਚ ਜਾਂਦਾ ਆ, ਥੋੜ੍ਹਾ ਛੋਟਾ ਫੈਬਰਿਕ ਆ, ਸੋ ਅਸੀਂ ਛੋਟੀ ਪਲੀਟ ਪਾ ਲਾਂਗੇ। ਕਮਿੰਗ ਬੈਕ ਟੂ ਦੀ ਸੈਂਟਰ ਫਰੰਟ, ਹੁਣ ਇੱਥੇ ਜਿਹੜੀ 4.1 ਇੰਚ ਦਾ ਮਾਰਕ ਲਗਾਇਆ ਸੀ ਉੱਥੋਂ ਫੈਬਰਿਕ ਨੂੰ ਤੁਸੀਂ ਚੱਕ ਕੇ ਜਿੱਥੇ ਹਾਫ ਐਨ ਇੰਚ ਦੇ ਗੈਪ ਵਾਲਾ ਮਾਰਕ ਲਗਾਇਆ ਸੀ ਉਹਦੇ ਉੱਪਰ ਪਲੇਸ ਕਰਕੇ ਉਹਨੂੰ ਰਨਿੰਗ ਸਟਿਚ ਦੇ ਨਾਲ ਕੱਚਾ ਕਰ ਲਓ ਅਤੇ ਜਾਂ ਫਿਰ ਪਿੰਸ ਵੀ ਲਗਾ ਸਕਦੇ ਹੋ। ਪਲੀਟਸ ਨੂੰ ਕੱਚਾ ਕਰਦੇ ਟਾਈਮ ਇਸ ਗੱਲ ਦਾ ਖਾਸ ਧਿਆਨ ਰੱਖਿਓ ਕਿ ਸਾਰੀਆਂ ਲੇਅਰਸ ਨੂੰ ਲੈ ਕੇ ਹੀ ਕੱਚਾ ਕਰੋ। ਬਾਅਦ ਵਿੱਚ ਜਦੋਂ ਮਸ਼ੀਨ 'ਤੇ ਸੀਣੀ ਆ ਉਦੋਂ ਤੁਸੀਂ ਇਹਦੀ ਕੋਈ ਲੇਅਰ ਅਗਰ ਵਿੱਚੋਂ ਸਲਿੱਪ ਹੋ ਗਈ ਤਾਂ ਪੂਰਾ ਖੋਲ੍ਹ ਕੇ ਹੀ ਠੀਕ ਕਰਨਾ ਪੈਣਾ। ਅਤੇ ਪਲੱਸ ਜਦੋਂ ਤੁਸੀਂ ਪੌਂਚੇ ਦੀ ਕਰੀਜ਼ ਵਾਲੀ ਜਿਹੜੀ ਪਲੀਟ ਆਉਣੀ ਆ ਉਹ ਪਲੀਟ ਆਹ ਵਾਲੀ ਆ ਅਤੇ ਇਹ ਉੱਪਰ ਵਾਲੇ ਪਾਸੇ ਆਉਣੀ ਚਾਹੀਦੀ ਆ ਜਿੱਦਾਂ ਇੱਥੇ ਉੱਪਰ ਆਈ ਆ। ਅਤੇ ਨੀਅਰਲੀ ਸੈਂਟਰ ਦੇ ਵਿੱਚ ਜਿੰਨੀ ਵੀ ਸਪੇਸ ਦੇ ਵਿੱਚ ਤੁਸੀਂ ਪਲੀਟਸ ਨੂੰ ਸਟਿਚ ਕਰਨਾ ਚਾਹੁੰਦੇ ਆ ਇਹ ਤਕਰੀਬਨ ਉਹਦੇ ਸੈਂਟਰ ਜਿਹੇ 'ਚ ਹੀ ਆਉਂਦੀ ਹੁੰਦੀ ਆ, ਤਾਂ ਹੀ ਇਹਦੀ ਫਾਲ ਤੁਹਾਡੀ ਸਲਵਾਰ ਦੀ ਠੀਕ ਪੈਣੀ ਆ ਅਤੇ ਨਾਲੇ ਦੂਸਰਾ ਮੋਹਰੀ ਪਿੱਛੇ ਨੂੰ ਨਹੀਂ ਘੁੰਮੂਗੀ। ਇੱਥੇ ਹੁਣ ਮੈਂ ਸਾਰੀਆਂ ਪਲੀਟਸ ਨੂੰ ਕੱਚਾ ਕਰ ਲਿਆ ਆ। ਲਾਸਟ ਪਲੀਟ ਐਂਡ ਫਸਟ ਪਲੀਟ ਦੋਨਾਂ 'ਚੋਂ ਕੋਈ ਥੋੜ੍ਹੀ ਛੋਟੀ ਹੋ ਸਕਦੀ ਆ। ਉਸ ਤੋਂ ਇਲਾਵਾ ਦੋਨੋਂ ਸਾਈਡਸ 'ਤੇ ਪਲੀਟਸ ਦੀ ਡਾਇਰੈਕਸ਼ਨ ਜਿਹੜੀ ਆ ਉਹ ਹਮੇਸ਼ਾ ਇਨਵਰਡਸ ਹੋਣੀ ਚਾਹੀਦੀ ਆ ਸੈਂਟਰ ਵਾਲੀ ਸਾਈਡ ਨੂੰ। ਅਤੇ ਪੌਂਚੇ ਦੀ ਕਰੀਜ਼ ਵਾਲੀ ਜਿਹੜੀ ਪਲੀਟ ਆ ਉਹ ਦੋਨੋਂ ਸਾਈਡਸ 'ਤੇ ਧਿਆਨ ਰਵੇ ਕਿ ਸੈਂਟਰ 'ਚ ਹੀ ਹੋਵੇ, ਪਲੱਸ ਉੱਪਰ ਆਵੇ, ਪਲੱਸ ਦੋਨੋਂ ਸਾਈਡਸ 'ਤੇ ਪਲੀਟਸ ਦਾ ਕਾਊਂਟ ਇਕੁਅਲ ਹੋਵੇ। ਅਤੇ ਇੱਕ ਹੋਰ ਗੱਲ ਇੰਪੋਰਟੈਂਟ ਇਹ ਹੈ ਕਿ ਜਿਹੜੀਆਂ ਸੀਮਸ ਆ ਪੌਂਚੇ ਕੁੰਦੇ ਦੀ ਅਟੈਚਮੈਂਟ ਵਾਲੀਆਂ ਉਹ ਹਮੇਸ਼ਾ ਵਿੱਚ ਹਿਡਨ ਹੋਣੀਆਂ ਚਾਹੀਦੀਆਂ, ਟੌਪ 'ਤੇ ਨਜ਼ਰ ਨਹੀਂ ਆਉਣੀਆਂ ਚਾਹੀਦੀਆਂ। ਨੈਕਸਟ ਸਟੈਪ ਇਜ਼ ਟੂ ਅਟੈਚ ਦੀ ਬੈਲਟ ਟੂ ਆਵਰ ਸਲਵਾਰ। ਅਤੇ ਉਹਦੇ ਲਈ ਕਿਉਂਕਿ ਅਸੀਂ ਪਲੀਟਸ ਪਹਿਲਾਂ ਹੀ ਪਾ ਲਈਆਂ ਸੀ, ਕੱਚੀਆਂ ਕਰ ਲਈਆਂ ਸੀ, ਅਤੇ ਹੁਣ ਦੇਖੋ ਬੈਲਟ ਪੂਰੀ ਨਾਪ ਦੀ ਆਈ ਆ। ਬੈਲਟ 'ਤੇ ਹਾਫ ਐਨ ਇੰਚ ਦੀ ਮਾਰਜਨ ਮਾਰਕ ਕਰਨ ਲਈ ਮੈਂ ਉਹਨੂੰ ਆਇਰਨ ਕਰਕੇ ਕਰੀਜ਼ ਬਣਾ ਲਈ ਆ। ਹੁਣ ਬੈਲਟ ਐਂਡ ਸਲਵਾਰ ਨੂੰ ਅਟੈਚ ਕਰਨ ਲਈ ਸਭ ਤੋਂ ਪਹਿਲਾਂ ਬੈਲਟ ਐਂਡ ਸਲਵਾਰ ਨੂੰ ਆਪਸ ਦੇ ਵਿੱਚ ਇੱਦਾਂ ਰਾਈਟ ਸਾਈਡਸ ਫੇਸ ਕਰਕੇ ਰੱਖ ਲਓ ਲਾਈਕ ਦਿਸ। ਅਤੇ ਉਸ ਤੋਂ ਬਾਅਦ ਜਿੱਦਾਂ ਅਸੀਂ ਬੈਕ ਫਿਨਿਸ਼ ਕਰਨ ਲਈ ਜਦੋਂ ਬੈਕ 'ਤੇ ਬੈਲਟ ਅਟੈਚ ਕੀਤੀ ਸੀ ਤਾਂ ਸੈਂਟਰ ਬੈਕ ਤੋਂ ਸ਼ੁਰੂ ਕਰਕੇ 2 ਵਾਰੀ ਸੀਨਾ ਮਾਰ ਕੇ ਉਹਨੂੰ ਫਿਨਿਸ਼ ਕੀਤਾ ਸੀ। ਸੇਮ ਇੱਥੇ ਵੀ ਅਸੀਂ ਸੈਂਟਰ ਫਰੰਟ ਤੋਂ ਸ਼ੁਰੂ ਕਰਕੇ ਪਹਿਲਾਂ ਇੱਕ ਸਾਈਡ ਦੀਆਂ ਪਲੀਟਸ ਨੂੰ ਅਟੈਚ ਕਰਨਾ ਆ ਬੈਲਟ ਦੇ ਨਾਲ, ਅਤੇ ਫਿਰ ਦੁਬਾਰਾ ਸੈਂਟਰ ਫਰੰਟ ਤੋਂ ਸਟਾਰਟ ਕਰਕੇ ਦੂਸਰੀ ਸਾਈਡ ਦੀਆਂ ਜਿਹੜੀਆਂ ਪਲੀਟਸ ਆ ਉਹਨਾਂ ਨੂੰ ਅਟੈਚ ਕਰਨਾ ਆ। ਦੈਟਸ ਇਟ। ਹੁਣ ਅਸੀਂ ਦੇਵਾਂਗੇ ਇੱਕ ਟੌਪ ਸੀਮ ਬੈਲਟ ਦੇ ਉੱਪਰ। ਇਹਦੇ ਲਈ ਸੀਮ ਮਾਰਜਨ ਨੂੰ ਬੈਲਟ ਵਾਲੀ ਸਾਈਡ ਨੂੰ ਟਰਨ ਕਰਕੇ ਬੈਲਟ ਦੇ ਉੱਪਰ ਇੱਕ ਟੌਪ ਸੀਮ ਦੇ ਦਿਓ। ਇਹਦੇ ਨਾਲ ਸਾਡੀ ਸਲਵਾਰ ਐਂਡ ਬੈਲਟ ਦੀ ਅਟੈਚਮੈਂਟ ਵਾਲੀ ਜਿਹੜੀ ਸੀਮ ਆ ਉਹ ਸਟਰੈਂਥਨ ਹੋ ਜਾਏਗੀ। ਸੋ ਹੁਣ ਟੌਪ ਸੀਮ ਦੇਣ ਦੇ ਬਾਅਦ ਮੈਂ ਇਹ ਵਾਲੀ ਸੀਮ ਨੂੰ ਓਵਰਲੌਕ ਕਰ ਰਹੀ ਹਾਂ ਕਿਉਂਕਿ ਮੇਰੀ ਸਲਵਾਰ ਦੇ ਇਸ ਜਗ੍ਹਾ 'ਤੇ ਕਾਫੀ ਧਾਗੇ ਨਿਕਲ ਰਹੇ ਸੀ। ਵੈਸੇ ਇਹ ਸਟੈਪ ਕੰਪਲੀਟਲੀ ਆਪਸ਼ਨਲ ਆ, ਤੁਸੀਂ ਇਸ ਸਟੈਪ ਨੂੰ 100% ਸਕਿਪ ਕਰ ਸਕਦੇ ਹੋ। ਇਸ ਤੋਂ ਬਾਅਦ ਸਲਵਾਰ ਦੀ ਮੋਹਰੀ ਬਣਾਉਣ ਲਈ ਸਭ ਤੋਂ ਪਹਿਲਾਂ ਨੀਚੋਂ ਹਾਫ ਐਨ ਇੰਚ ਜਿੰਨੀ ਅਸੀਂ ਉਹਦੀ ਮਾਰਜਨ ਰੱਖੀ ਸੀ ਸੀਮ ਲਈ ਉਹਦੇ ਮਾਰਕਸ ਲਗਾ ਕੇ ਉਹਨੂੰ ਇੱਕ ਸਕੇਲ ਦੇ ਨਾਲ ਸਟ੍ਰੇਟ ਲਾਈਨ ਦੇ ਨਾਲ ਜੁਆਇਨ ਕਰ ਲਓ। ਅਤੇ ਉਸ ਤੋਂ ਬਾਅਦ ਜਿੰਨੀ ਅਸੀਂ ਆਪਣੀ ਵਿਡਥ ਰੱਖਣਾ ਚਾਹੁੰਦੇ ਹਾਂ ਪੌਂਚੇ ਦੀ, ਮੈਂ 1.5 ਇੰਚਜ਼ ਰੱਖਣਾ ਚਾਹੁੰਦੀ ਹਾਂ, ਇਸ ਲਈ ਮੈਂ 1.5 ਇੰਚਜ਼ 'ਤੇ ਨਿਸ਼ਾਨ ਲਗਾ ਕੇ ਉਹਨੂੰ ਵੀ ਇੱਕ ਸਟ੍ਰੇਟ ਲਾਈਨ ਦੇ ਨਾਲ ਜੁਆਇਨ ਕਰ ਲਓ।
ਫਿਰ ਇਸ ਸਟ੍ਰੇਟ ਲਾਈਨ ਦੀ ਲੈਂਥ ਮੈਜਰ ਕਰ ਲਓ ਐਂਡ ਹੇਅਰ ਇਟ ਇਜ਼ 22.5 ਇੰਚਜ਼। ਹੁਣ ਮੈਂ ਆਪਣੀ ਬੁਕਰਮ ਦੇ ਉੱਤੇ ਵੀ 22.5 ਇੰਚਜ਼ ਜਾਂ ਮੈਂ 23 ਇੰਚਜ਼ ਦਾ ਇੱਕ ਮਾਰਕ ਲਗਾਉਂਗੀ ਅਤੇ ਮੇਰੀ ਜਿੰਨੀ ਵਿਡਥ ਰੱਖਣੀ ਆ ਉਹ 1.5 ਆ। ਸੋ ਮੈਂ 3 ਇੰਚਜ਼ ਫॉर 2 ਪੌਂਚਾਸ, ਸੋ 23/3 ਇੰਚਜ਼ ਦੀ ਬੁਕਰਮ ਦਾ ਇੱਕ ਰੈਕਟੈਂਗਲ ਕੱਟ ਕਰ ਲੂੰਗੀ ਅਤੇ ਬਾਅਦ ਚੋਂ ਇਹਨੂੰ ਸੈਂਟਰ ਚੋਂ ਇੱਕ ਹੋਰ ਲਾਈਨ ਲਗਾ ਕੇ ਆਈ ਵਿਲ ਕੱਟ ਇਟ ਇਨਟੂ 2 ਪੀਸਸ। ਉਸ ਤੋਂ ਬਾਅਦ ਇਹਨੂੰ ਆਪਣੀ ਸਲਵਾਰ ਦੇ ਕੱਪੜੇ ਦੇ ਉੱਪਰ ਰੱਖੋ, ਜਿਹੜਾ ਸਾਡੇ ਕੋਲ ਬੈਲਟ ਦੇ ਵਿੱਚੋਂ ਬਾਕੀ ਕੱਪੜਾ ਬਚਿਆ ਸੀ ਉਹ ਵਾਲਾ ਕੱਪੜਾ, ਉਹਦੇ ਉੱਪਰ ਤੁਸੀਂ ਸੇਮ ਇਸ ਕੱਪੜੇ ਨੂੰ ਰੱਖ ਕੇ ਉਹ ਤੋਂ ਚੌੜਾਈ ਬੁਕਰਮ ਨਾਲੋਂ ਕੱਪੜੇ ਦੀ ਚੌੜਾਈ 1 ਇੰਚ ਐਕਸਟਰਾ ਰੱਖਣੀ ਆ ਅਤੇ ਇਸ ਕਰਕੇ ਇੱਥੇ ਮੈਂ ਹੁਣ 23 ਇੰਚਜ਼ ਬਾਏ 5 ਇੰਚਜ਼ ਦਾ ਇੱਕ ਰੈਕਟੈਂਗਲ ਕੱਟ ਕੇ ਉਹਨੂੰ ਸੈਂਟਰ ਚੋਂ ਸਪਲਿਟ ਕਰ ਲਵਾਂਗੀ। ਇੱਦਾਂ ਮੈਂ ਦੋਨੋਂ ਪੌਂਚਿਆਂ ਦੇ ਲਈ ਜਿਹੜਾ ਅੰਦਰ ਕੱਪੜਾ ਲੱਗਣਾ ਆ ਉਹ ਰੈਡੀ ਕਰ ਲਿਆ ਆ। ਹੁਣ ਅਗਰ ਤੁਹਾਡੇ ਪਾਸ ਫਿਊਜ਼ੇਬਲ ਬੁਕਰਮ ਆ ਅਤੇ ਤੁਸੀਂ ਇਹਨੂੰ ਆਇਨ ਦੇ ਨਾਲ ਜੋੜ ਲਓ ਕੱਪੜੇ ਦੇ ਨਾਲ, ਦੋਨੋਂ ਸਾਈਡਸ 'ਤੇ ਸੀਮ ਮਾਰਜਨ ਛੱਡ ਕੇ। ਬਟ ਮੇਰੀ ਬੁਕਰਮ ਫਿਊਜ਼ੇਬਲ ਨਹੀਂ ਹੈ, ਸੋ ਆਈ ਵਿਲ ਸਿੰਪਲੀ ਸਟਿਚ ਇਟ। ਬੁਕਰਮ ਨੂੰ ਇੱਦਾਂ ਕੱਪੜੇ ਦੀ ਰੋਂਗ ਸਾਈਡ 'ਤੇ ਰੱਖ ਕੇ ਇੱਕ ਸਾਈਡ ਤੋਂ ਫੋਲਡ ਕਰਕੇ ਇਹਦੇ ਉੱਪਰ ਇੱਕ ਪੈਰ ਦਾ ਡਿਸਟੈਂਸ ਛੱਡ ਕੇ ਇਹਨੂੰ ਸਟਿਚ ਕਰ ਲਓ। ਸੋ ਵਿਦ ਦਿਸ ਸਾਡੀਆਂ ਮੋਰੀ ਦੀ ਲਾਈਨਿੰਗ ਦੀਆਂ ਦੋਨੋਂ ਸਟ੍ਰਿਪਸ ਹੁਣ ਰੈਡੀ ਨੇ ਅਤੇ ਹੁਣ ਅਸੀਂ ਇਹਨਾਂ ਦੋਨੋਂ ਸਟ੍ਰਿਪਸ ਦੇ ਉੱਪਰ ਇੱਕ ਕਰੀਜ਼ ਫੋਰਮ ਕਰਨੀ ਆ ਬਿਲਕੁਲ ਸੈਂਟਰ ਦੇ ਵਿੱਚ, ਕਿਉਂਕਿ ਜਿਹੜਾ ਪੌਂਚਾ ਵੀ ਹੁੰਦਾ ਆ ਉਹਦੇ ਬਿਲਕੁਲ ਸੈਂਟਰ ਦੇ ਵਿੱਚ ਜਿਹੜੀ ਕਰੀਜ਼ ਆਉਂਦੀ ਆ, ਅਸੀਂ ਇਹਦੇ ਉੱਤੇ ਇੱਦਾਂ ਇਹਨੂੰ ਸੈਂਟਰ 'ਚੋਂ ਫੋਲਡ ਕਰਕੇ ਇੱਕ ਨੌਚ ਮਾਰਕ ਕਰ ਲਓ ਜਸਟ ਇਨ ਆਰਡਰ ਟੂ ਮਾਰਕ ਇਟਸ ਸੈਂਟਰ। ਫਿਰ ਅਸੀਂ ਇਸ ਨੌਚ ਨੂੰ ਪੌਂਚੇ ਦੀ ਕਰੀਜ਼ ਦੇ ਸੈਂਟਰ ਦੇ ਨਾਲ ਮੈਚ ਕਰਕੇ ਹੀ ਇਹਨੂੰ ਉਹਦੇ ਨਾਲ ਸਟਿਚ ਕਰਾਂਗੇ ਤਾਂ ਕਿ ਸਾਡਾ ਈਵਨ ਆਵੇ, ਇਕੁਅਲ ਦਿਸੇ। ਮੈਂ ਇੱਦਾਂ ਮੋਰੀ ਦੇ ਉੱਪਰ ਵੀ ਨੌਚ ਲਗਾ ਲਿਆ ਸੀ। ਇਸ ਨੌਚ ਦੇ ਨਾਲ ਆਪਣੀ ਲਾਈਨਿੰਗ ਦੇ ਨੌਚ ਨੂੰ ਮੈਚ ਕਰਕੇ ਪ੍ਰੋਪਰਲੀ ਕੱਪੜੇ ਨੂੰ ਉਹਦੇ ਉੱਪਰ ਐਡਜਸਟ ਕਰਕੇ ਰੱਖ ਲਓ। ਅਗਰ ਤੁਸੀਂ ਚਾਹੋ ਤਾਂ ਵਿੱਚ ਪਿੰਨ ਵੀ ਕਰ ਸਕਦੇ ਹੋ ਔਰ ਫਿਰ ਇਹਦੇ ਉੱਪਰ ਸੀਮ ਲਗਾ ਲਓ ਔਰ ਸੀਮ ਸਿਰਫ ਕੱਪੜੇ ਦੇ ਉੱਪਰ ਹੀ ਲਗਾਉਣੀ ਆ, ਬਿਲਕੁਲ ਕਿਨਾਰੀ ਤੇ ਬੁਕਰਮ ਦੇ ਉੱਪਰ ਬਿਲਕੁਲ ਵੀ ਸੀਮ ਨਹੀਂ ਜਾਣੀ ਚਾਹੀਦੀ। ਹੁਣ ਪੌਂਚਾ ਲਾਈਨਿੰਗ ਨੂੰ ਸਲਵਾਰ ਦੇ ਨਾਲ ਅਟੈਚ ਕਰਨ ਤੋਂ ਬਾਅਦ ਇਹਦੇ ਸੀਮ ਅਲਾਉਂਸਿਸ ਨੂੰ ਲਾਈਨਿੰਗ ਵਾਲੀ ਸਾਈਡ ਨੂੰ ਹੀ ਆਇਰਨ ਕਰ ਲਓ ਅਤੇ ਉਸ ਤੋਂ ਬਾਅਦ ਲਾਈਨਿੰਗ ਨੂੰ ਸਲਵਾਰ ਵੱਲ ਨੂੰ ਫੋਲਡ ਕਰ ਦਿਓ ਅਤੇ ਖਿੱਚ ਕੇ ਮਤਲਬ ਥੋੜ੍ਹਾ ਜਿਹਾ ਇਹਨੂੰ ਜਿਹੜੀ ਸੀਮ ਆ ਨੀਚੇ ਬਾਟਮ 'ਤੇ ਜਿਹੜੀ ਸੀਮ ਆਉਣੀ ਆ ਉਹਨੂੰ ਥੋੜ੍ਹਾ ਆਪਣੇ ਵੱਲ ਨੂੰ ਪੁੱਲ ਕਰਕੇ ਆਇਰਨ ਕਰ ਲਓ ਅਤੇ ਉਸ ਤੋਂ ਬਾਅਦ ਇਹਦੇ ਬਿਲਕੁਲ ਐਜ ਦੇ ਉੱਪਰ ਸੀਮ ਲਗਾਉਣੀ ਆ ਅਤੇ ਉਹਦੇ ਲਈ ਤੁਸੀਂ ਚਾਹੋ ਤਾਂ ਇੱਥੇ ਪਿੰਨ ਵੀ ਲਗਾ ਸਕਦੇ ਹੋ। ਇਹ ਵਾਲੀ ਸੀਨ ਬਿਲਕੁਲ ਐਜ 'ਤੇ ਲਗਾਉਣੀ ਆ, ਜਿੰਨੀ ਬਰੀਕ ਹੁੰਦੀ ਆ ਇਹ ਸੀਨ ਉਨੀ ਜ਼ਿਆਦਾ ਸੋਹਣੀ ਲੱਗਦੀ ਆ। ਉਹਦੇ ਇਲਾਵਾ ਕੱਪੜੇ ਨੂੰ ਸਲਵਾਰ ਵਾਲੀ ਸਾਈਡ ਨੂੰ ਥੋੜ੍ਹਾ ਜਿਹਾ ਪੁਸ਼ ਕਰਕੇ ਰੱਖਣਾ ਆ ਔਰ ਵਿੱਚ ਕੋਈ ਵੀ ਕਿਤੇ ਵੱਲ ਜਾਂ ਵੱਟ ਨਹੀਂ ਆਉਣਾ ਚਾਹੀਦਾ। ਬਸ ਇਹੀ 2-3 ਚੀਜ਼ਾਂ ਦਾ ਧਿਆਨ ਰੱਖਣਾ ਇਸ ਸੀਮ ਨੂੰ ਮਾਰਦੇ ਹੋਏ। ਅਤੇ ਚਲੋ ਸ਼ੁਰੂ ਕਰਦੇ ਹਾਂ। ਮੋਰੀ ਦੀ ਸਭ ਤੋਂ ਨੀਚੇ ਵਾਲੀ ਸੀਨ ਲਗਾਉਣ ਤੋਂ ਬਾਅਦ
ਹੁਣ ਇਹਦੀ ਸਭ ਤੋਂ ਉੱਪਰ ਵਾਲੀ ਸੀਨ ਲਗਾ ਲੈਂਦੇ ਆ ਤੇ ਉਹਦੇ ਲਈ ਤੁਸੀਂ ਜਿੱਥੇ ਲੋੜ ਪਵੇ ਉੱਥੇ ਪਿੰਸ ਵੀ ਲਗਾ ਸਕਦੇ ਹੋ। ਅਪਾਰਟ ਫਰਮ ਦੈਟ ਜਿਹੜਾ ਅਸੀਂ ਲਾਈਨਿੰਗ ਤੇ ਕਰੀਜ਼ ਬਣਾਈ ਸੀ ਉਹਨੂੰ ਆਪਣੀ ਸਲਵਾਰ ਦੀ ਕਰੀਜ਼ ਦੇ ਨਾਲ ਮੈਚ ਕਰਕੇ ਹੀ ਪਿੰਸ ਲਗਾਇਓ। ਸੀਨ ਮਾਰਦੇ ਹੋਏ ਧਿਆਨ ਰੱਖਣਾ ਆ ਕਿ ਕੱਪੜਾ ਬਿਲਕੁਲ ਵੀ ਲੂਜ਼ ਨਾ ਹੋਵੇ ਪਹੁੰਚੇ ਵਾਲੀ ਸਾਈਡ ਨੂੰ, ਨਹੀਂ ਤਾਂ ਫਿਰ ਉੱਧਰ ਕੋਈ ਬਬਲਸ ਵਗੈਰਾ ਰਹਿ ਜਾਣਗੀਆਂ ਤੇ ਫਿਰ ਪਹੁੰਚਾ ਜਿਹੜਾ ਉਹ ਨੀਟ ਨਹੀਂ ਬਣੂਗਾ। ਹੁਣ ਇਹ 2 ਸੀਮਸ ਲਗਾਉਣ ਤੋਂ ਬਾਅਦ ਪਹੁੰਚੇ ਨੂੰ ਵਿੱਚੋਂ ਵੀ ਫਿਲ ਕਰ ਲੈਂਦੇ ਆ ਤੇ ਉਹਦੇ ਲਈ ਤੁਸੀਂ ਵਿੱਚ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਬਣਾ ਸਕਦੇ ਹੋ। ਮੈਂ ਆਪਣੀ ਮਸ਼ੀਨ ਦੇ ਉੱਪਰ ਹੀ ਜਿਹੜੀਆਂ ਡੈਕੋਰੇਟਿਵ ਸਟਿਚਸ ਦਿੱਤੀਆਂ ਹੋਈਆਂ ਸੀ ਉਹਨਾਂ ਵਿੱਚੋਂ ਹੀ ਕੋਈ ਡੈਕੋਰੇਟਿਵ ਸਟਿਚ ਚੂਜ਼ ਕਰ ਲਈ ਆ। ਤੇ ਵੈਸੇ ਤੁਸੀਂ ਸਿੱਧੀਆਂ ਸੀਣਾ ਜਾਂ ਫਿਰ ਜਿੱਦਾਂ ਸਕਰੋਲਿੰਗ ਵਾਲੀਆਂ ਸੀਣਾ ਲਗਾ ਕੇ ਵੀ ਕੋਈ ਡਿਜ਼ਾਈਨ ਬਣਾ ਸਕਦੇ ਹੋ। ਐਂਡ ਇੱਕ ਗੱਲ ਹੋਰ ਕਿ ਜਦੋਂ ਤੁਸੀਂ ਮੋਰੀ ਬਣਾਉਂਦੇ ਹੋ ਤੇ ਉਸ ਟਾਈਮ ਤੇ ਕੋਸ਼ਿਸ਼ ਕਰੋ ਕਿ ਦੋਨੋਂ ਮੋਰੀਆਂ ਦੋਨੋਂ ਸਾਈਡਸ ਤੇ ਪਹੁੰਚੇ ਇਕੱਠੇ ਹੀ ਤੁਸੀਂ ਬਣਾਓ। ਪਹਿਲਾਂ ਇੱਕ ਤੇ ਸੀਮ ਲਗਾਈ ਤੇ ਫਿਰ ਸੇਮ ਸੀਨ ਜਿਹੜੀ ਆ ਉਹ ਦੂਸਰੇ ਪਹੁੰਚੇ ਤੇ ਵੀ ਲਗਾ ਲਓ। ਇਹਦੇ ਨਾਲ ਸਿਮੈਟ੍ਰੀਕਲ ਬਣਨਗੇ ਤੁਹਾਡੇ ਦੋਨੋਂ ਪਹੁੰਚੇ। ਨਹੀਂ ਤਾਂ ਜੇ ਤੁਸੀਂ ਇੱਕ ਪਹੁੰਚਾ ਫਿਨਿਸ਼ ਕਰਨ ਤੋਂ ਬਾਅਦ ਦੂਸਰਾ ਪਹੁੰਚਾ ਸ਼ੁਰੂ ਕਰੋਗੇ ਤਾਂ ਹੋ ਸਕਦਾ ਆ ਕਿ ਉਹਨਾਂ ਦੋਨਾਂ ਦੇ ਵਿੱਚ ਉਨੀ ਸਿਮੈਟਰੀ ਨਾ ਆਵੇ। ਹੁਣ ਸਲਵਾਰ ਦੀ ਕੰਸਟਰਕਸ਼ਨ ਦਾ ਆਖਰੀ ਸਟੈਪ ਕਿ ਇਨ ਲੈਗ ਦੀ ਸੀਮ ਲਗਾਉਣੀ ਆ ਹੁਣ ਅਸੀਂ। ਤੇ ਇਹਦੇ ਲਈ ਤੁਸੀਂ ਸਭ ਤੋਂ ਪਹਿਲਾਂ ਜਿੰਨੀ ਮੋਰੀ ਰੱਖਣਾ ਚਾਹੁੰਦੇ ਹੋ ਉਨਾ ਮੈਜਰ ਕਰਕੇ ਉੱਥੇ ਨਾਪ ਲਗਾ ਲਓ। ਮੈਂ 7 ਇੰਚ ਰੱਖਣਾ ਚਾਹੁੰਦੀ ਹਾਂ ਇਸ ਲਈ ਮੈਂ 7 ਇੰਚ ਤੇ ਮਾਰਕ ਲਗਾਇਆ। ਇੱਥੇ ਅਸੀਂ ਕਲੀਅਰਲੀ ਦੇਖ ਸਕਦੇ ਹਾਂ ਕਿ 7 ਇੰਚ ਦੇ ਵਿੱਚੋਂ 6 ਇੰਚ ਸਾਡੇ ਪਹੁੰਚੇ ਦੇ ਆ ਔਰ 1 ਇੰਚ ਸਾਡੇ ਕੁੰਦੇ ਵਿੱਚ ਆ ਰਿਹਾ। ਤੇ ਇਸ ਦੇ ਇਲਾਵਾ ਪਹੁੰਚੇ ਦੇ ਉੱਤੇ ਜਿਹੜੀ ਸੀਨ ਆਉਂਦੀ ਹੈ ਨਾ ਤਾਂ ਜ਼ਿਆਦਾ ਤਿਰਛੀ ਹੋਣੀ ਚਾਹੀਦੀ ਆ ਤੇ ਨਾ ਹੀ ਜ਼ਿਆਦਾ ਸਟ੍ਰੇਟ। ਇਹਦੇ ਲਈ ਤੁਸੀਂ ਸਭ ਤੋਂ ਪਹਿਲਾਂ ਜਿੱਥੇ 7 ਇੰਚਸ ਦਾ ਮਾਰਕ ਲਗਾਇਆ ਸੀ ਉਹਦੀ ਸਾਈਡ ਤੇ ਜਿੰਨੀ ਵੀ ਮਾਰਜਿਨ ਆ ਉਹਨੂੰ ਮੈਜਰ ਕਰ ਲਓ ਤੇ ਉਸ ਤੋਂ ਬਾਅਦ ਇੰਨੀ ਹੀ ਮਾਰਜਿਨ ਦਾ ਉੱਪਰ ਵੀ ਨਿਸ਼ਾਨ ਲਗਾ ਲਓ ਤੇ ਇਹਨਾਂ ਦੋਨਾਂ ਨਿਸ਼ਾਨਾਂ ਨੂੰ ਜੋੜ ਦਿਓ। ਬਸ ਇੱਥੋਂ ਸੀਨ ਇੰਨੀ ਤਿਰਛੀ ਹੋਣੀ ਚਾਹੀਦੀ ਆ। ਇਸੇ ਤਰ੍ਹਾਂ ਉੱਪਰ ਜਾਂਦੇ ਹੋਏ ਮੋਡਰੇਟਲੀ ਸੀਮ ਦਾ ਜਿਹੜਾ ਕਰਵ ਆ ਉਹਨੂੰ ਮਾਰਜਿਨ ਰਿਡਿਊਸ ਕਰ ਦਿਓ। ਸੋ ਲੈਟਸ ਕੁਇਕਲੀ ਸਟਿਚ ਦੀ ਲਾਸਟ ਸੀਮ। Please like, share, comment and subscribe. Thank you.